ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਬੱਚਿਓ। ਅੱਜ ਅਸੀਂ ਮੇਰੇ ਜੀਵਨ ਗਾਥਾ ਸਵੈ ਜੀਵਨੀ ਵਿੱਚੋਂ ਉਗਰਦੇ ਨਾਇਕ ਬਿੰਬ ਦੇ ਬਚਪਨ ਨੂੰ ਆਪਣੇ ਸ਼ਬਦਾਂ ਵਿੱਚ ਸਾਕਾਰ ਕਰਾਂਗੇ। ਮੇਰੀ ਜੀਵਨ ਗਾਥਾ ਸਵੈ ਜੀਵਨੀ ਡਾਕਟਰ ਦੀਵਾਨ ਸਿੰਘ ਦੀ ਰਚਨਾ ਹੈ। ਇਸ ਵਿੱਚ ਉਹਨਾਂ ਨੇ 1920 ਤੋਂ 1998 ਤੱਕ ਦੇ ਆਪਣੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ, ਵਿੱਦਿਆ ਪ੍ਰਾਪਤੀ, ਸੰਪਰਕ ਵਿੱਚ ਆਏ ਰਿਸ਼ਤੇਦਾਰਾਂ, ਮਿੱਤਰਾਂ, ਸੰਬੰਧੀਆਂ, ਸਹਿਪਾਠੀਆਂ, ਸਮਾਜਿਕ ਤੇ ਰਾਜਸੀ ਹਸਤੀਆਂ ਤੇ ਸੰਤਾਂ ਮਹਾਤਮਾਵਾਂ ਦੇ ਆਸ਼ੀਰਵਾਦਾਂ ਤੋਂ ਹੋਈਆਂ ਪ੍ਰਾਪਤੀਆਂ, ਆਪਣੇ ਵੱਲੋਂ ਭਿੰਨ-ਭਿੰਨ ਉੱਚ ਵਿੱਦਿਅਕ ਅਦਾਰਿਆਂ ਵਿੱਚ ਕੀਤੇ ਅਧਿਆਪਨ ਤੇ ਲੋਕ ਸੇਵਾ ਤੇ ਕਾਰਜਾਂ, ਸਾਹਿਤ ਰਚਨਾ ਤੋਂ ਪ੍ਰਾਪਤ ਹੋਏ ਤੇ ਮਾਨ ਸਨਮਾਨਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ, ਜਿਸ ਨੂੰ ਪੜ੍ਹਦਿਆਂ ਸਾਡੇ ਸਾਹਮਣੇ ਡਾਕਟਰ ਸਾਹਿਬ ਦੀ ਸ਼ਖਸੀਅਤ ਦੇ ਭਿੰਨ-ਭਿੰਨ ਪੱਖ ਵੀ ਸਾਕਾਰ ਹੋ ਉੱਠਦੇ ਹਨ। ਸਾਨੂੰ ਪਤਾ ਲੱਗਦਾ ਹੈ ਕਿ ਡਾਕਟਰ ਸਾਹਿਬ ਦਾ ਜਨਮ 27 ਸਤੰਬਰ 1920 ਨੂੰ ਇੱਕ ਪ੍ਰਤਿਸ਼ਠਿਤ ਰੱਜੇ ਪੁੱਜੇ ਤੇ ਸਾਧਨ ਸੰਪੰਨ ਵੱਡੇ ਜ਼ਿਮੀਂਦਾਰ ਪਰਿਵਾਰ ਵਿੱਚ ਪਿਤਾ ਸਰਦਾਰ ਉਜਾਗਰ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਘਰ ਚੱਕ ਦੱਖਣੀ ਜ਼ਿਲ੍ਹਾ ਸਰਗੋਦਾ ਵਿੱਚ ਹੋਇਆ। ਆਪ ਦੀ ਇੱਕ ਵੱਡੀ ਭੈਣ, ਇੱਕ ਵੱਡਾ ਭਰਾ ਇਕਬਾਲ ਸਿੰਘ, ਦਲੀਪ ਸਿੰਘ ਜੋੜਾ ਭਰਾ, 4 ਛੋਟੇ ਭਰਾ ਗੁਰਚਰਨ ਸਿੰਘ, ਜੋਗਿੰਦਰ ਸਿੰਘ, ਅਮਰੀਕ ਸਿੰਘ ਤੇ ਗੁਲਬਾਗ ਸਿੰਘ ਸਨ। ਆਪ ਦਾ ਜੈਲਦਾਰ ਦਾਦਾ ਸ਼ੇਰ ਸਿੰਘ ਕਈ ਮੁਰੱਬੇ ਜ਼ਮੀਨ ਦਾ ਮਾਲਕ ਤੇ ਸਰਕਾਰੀ ਦਰਬਾਰੇ ਤੇ ਆਲੇ ਦੁਆਲੇ ਵਿੱਚ ਕਾਫੀ ਪ੍ਰਭਾਵ ਤੇ ਪਹੁੰਚ ਰੱਖਣ ਵਾਲਾ ਵਿਅਕਤੀ ਸੀ। 27 ਦਸੰਬਰ 1930 ਨੂੰ ਆਪ ਦੇ ਪਿਤਾ ਦਾ ਦੇਹਾਂਤ ਹੋ ਗਿਆ। ਆਪ ਨੇ ਪਿੰਡ ਦੇ ਸਕੂਲ ਵਿੱਚੋਂ ਚੌਥੀ ਪਾਸ ਕੀਤੀ ਤੇ 1930 ਤੋਂ 1936 ਤੱਕ ਆਪ ਨੇ ਖਾਲਸਾ ਹਾਈ ਸਕੂਲ ਸਰਗੋਦਾ ਦੇ ਹੋਸਟਲ ਵਿੱਚ ਰਹਿ ਕੇ 10ਵੀਂ ਪਾਸ ਕੀਤੀ ਤੇ ਨਾਲ ਹੀ ਨਿਤਨੇਮ ਦੀਆਂ ਬਾਣੀਆਂ ਤੇ ਸਿੱਖ ਧਰਮ ਬਾਰੇ ਬਹੁਤ ਸਾਰੇ ਪ੍ਰਭਾਵ ਗ੍ਰਹਿਣ ਕਰ ਲਏ। ਫਿਰ ਆਪ ਨੇ 1936 ਤੋਂ 1943 ਤੱਕ ਲਾਹੌਰ ਵਿੱਚ ਰਹਿ ਕੇ ਗੌਰਮੈਂਟ ਕਾਲਜ ਤੇ MA ਤੱਕ ਪੜ੍ਹਾਈ ਕੀਤੀ। 1939 ਵਿੱਚ ਆਪ ਨੇ ਪਹਿਲੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਕੀਤਾ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ। 1940 ਵਿੱਚ ਆਪ ਦੇ ਦਾਦਾ ਜੀ ਚਲਾਣਾ ਕਰ ਗਏ। ਇਸੇ ਸਾਲ ਹੀ ਚਰਨਜੀਤ ਕੌਰ ਨਾਲ ਆਪ ਦਾ ਵਿਆਹ ਹੋ ਗਿਆ। ਇੰਨੀ ਪੜ੍ਹਾਈ ਕਰਕੇ ਵੀ ਨੌਕਰੀ ਨਾ ਮਿਲਣ ਕਰਕੇ ਆਪ ਨੇ 1942 ਤੋਂ 1943 ਤੱਕ ਓਰੀਐਂਟਲ ਕਾਲਜ ਲਾਹੌਰ ਤੋਂ ਫਾਰਸੀ ਦੀ MA ਕਰ ਲਈ। ਇਸੇ ਦੌਰਾਨ ਹੀ ਆਪ ਨੇ ਖਾਲਸਾ ਕਾਲਜ ਅੰਮ੍ਰਿਤਸਰ, ਪ੍ਰੀਤਨਗਰ ਤੇ ਗੁਰਦੁਆਰਾ ਬੇਰ ਸਾਹਿਬ ਕਰਤਾਰਪੁਰ ਦੀ ਯਾਤਰਾ ਕੀਤੀ ਅਤੇ ਗੱਤਕੇ ਦੀ ਖੇਡ ਵਿੱਚ ਆਪ 3 ਵਾਰੀ ਯੂਨੀਵਰਸਿਟੀ ਚੈਂਪੀਅਨ ਬਣੇ ਤੇ ਕਾਲਜ ਕਲਰ ਪ੍ਰਾਪਤ ਕੀਤਾ। 1931 ਵਿੱਚ ਆਪ ਨੇ ਪਹਿਲੀ ਵਾਰ ਮੋਟਰ ਕਾਰ ਤੇ 1944 ਵਿੱਚ ਆਪ ਨੇ ਪਹਿਲੀ ਵਾਰ ਹਵਾਈ ਜਹਾਜ਼ ਦੀ ਸਵਾਰੀ ਦਾ ਆਨੰਦ ਮਾਣਿਆ। 1941 ਵਿੱਚ ਆਪ ਨੇ ਪਹਿਲੀ ਵਾਰ ਟੈਲੀਫੋਨ ਕੀਤਾ। ਇਸ ਸਮੇਂ ਦੌਰਾਨ ਆਜ਼ਾਦੀ ਦੀ ਲਹਿਰ ਜ਼ੋਰਾਂ 'ਤੇ ਸੀ ਤੇ ਸਰਦਾਰ ਭਗਤ ਸਿੰਘ ਨੂੰ ਨੌਜਵਾਨ ਆਪਣਾ ਰਾਜਸੀ ਆਗੂ ਮੰਨਦੇ ਸਨ। ਉਹ ਸੁਭਾਸ਼ ਚੰਦਰ ਬੋਸ ਵਰਗੇ ਜੋਸ਼ੀਲੇ ਆਗੂ ਤੇ ਪ੍ਰਭਾਵਿਤ ਸਨ। ਗਾਂਧੀ ਜੀ ਦੇ ਅਹਿੰਸਾਵਾਦ ਨੂੰ ਪਸੰਦ ਨਹੀਂ ਸਨ ਕਰਦੇ। ਉਂਝ ਆਪ ਨਿੱਜੀ ਤੌਰ 'ਤੇ ਮਹਾਤਮਾ ਗਾਂਧੀ ਦੀ ਆਤਮਿਕ ਖੋਜ ਤੇ ਲਗਨ ਨੂੰ ਭਾਰਤ ਦੀ ਹੋਣੀ ਲਈ ਸਹੀ ਸਮਝਦੇ ਸਨ। 4 ਅਕਤੂਬਰ 1943 ਨੂੰ ਆਪ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਫਾਰਸੀ ਉਰਦੂ ਵਿਭਾਗ ਦੇ ਮੁਖੀ ਨਿਯੁਕਤ ਹੋ ਗਏ। ਉਹ ਆਪਣੀ ਪਤਨੀ ਨੂੰ ਅੰਮ੍ਰਿਤਸਰ ਲੈ ਆਏ। 1947 ਦੀ ਦੇਸ਼ ਵੰਡ ਸਮੇਂ ਚੁੱਲ੍ਹੇ ਫਸਾਦਾਂ ਦੇ ਕਹਿਰ ਵਿੱਚ ਪਾਕਿਸਤਾਨ ਤੋਂ ਉੱਜੜ ਕੇ ਸ਼ਰਨਾਰਥੀਆਂ ਦੀ ਸੇਵਾ ਸੰਭਾਲ ਦੇ ਕੰਮ ਵਿੱਚ ਉਹਨਾਂ ਸਟਾਫ ਤੇ ਵਿਦਿਆਰਥੀਆਂ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ। ਲੇਖਕ ਦੇ ਮਾਤਾ ਜੀ ਤੇ ਛੋਟੇ ਭਰਾ ਗੰਗਾਨਗਰ ਆਪਣੀ ਜ਼ਮੀਨ ਉੱਤੇ ਪਹੁੰਚ ਗਏ ਸਨ, ਪਰ ਭਰਾ ਦਲੀਪ ਸਿੰਘ ਮਗਰੋਂ ਮੁਸ਼ਕਿਲ ਨਾਲ ਪੁੱਜੇ। 1949 ਵਿੱਚ ਉਹਨਾਂ ਨੂੰ ਸਰਗੋਦੇ ਵਾਲੀ ਜ਼ਮੀਨ ਦੇ ਬਦਲੇ ਸੰਗਰੂਰ ਨੇੜੇ ਉਪਰੀ ਤੇ ਬਦੂਰ ਪਿੰਡਾਂ ਵਿੱਚੋਂ ਜ਼ਮੀਨ ਅਲਾਟ ਹੋ ਗਈ। 1949 ਤੋਂ 1951 ਤੱਕ ਆਪ ਨੇ MA ਪੰਜਾਬੀ ਪਾਸ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਨਿਯੁਕਤ ਹੋ ਗਏ ਤੇ ਇਸੇ ਦੌਰਾਨ NCC ਦੀ ਟ੍ਰੇਨਿੰਗ ਪ੍ਰਾਪਤ ਕੀਤੀ। ਨਾਲ ਹੀ 1950 ਵਿੱਚ ਹੋਈ ਵਿਦਿਆਰਥੀ ਹੜਤਾਲ ਦੌਰਾਨ ਪ੍ਰਿੰਸੀਪਲ ਜੋਧ ਸਿੰਘ ਦਾ ਸਾਥ ਦੇ ਕੇ ਉਹਨਾਂ ਦੀ ਲਾਮਿਸਾਲ ਦ੍ਰਿੜਤਾ ਤੇ ਹੌਸਲੇ ਦਾ ਅਨੁਭਵ ਪ੍ਰਾਪਤ ਕੀਤਾ। ਇਸ ਸਮੇਂ ਤੱਕ ਆਪ ਬਹੁਤ ਸਾਰੇ ਸੰਤਾਂ ਮਹਾਤਮਾਵਾਂ ਤੇ ਆਤਮਕ ਅਨੁਭਵਾਂ ਤੋਂ ਪ੍ਰਭਾਵਿਤ ਹੋਏ ਤੇ ਆਪ ਨੂੰ ਉਹਨਾਂ ਦੇ ਆਸ਼ੀਰਵਾਦਾਂ ਨਾਲ ਸੰਤਾਨ ਤਰੱਕੀ ਤੇ ਰੋਗਾਂ ਤੋਂ ਮੁਕਤੀ ਪ੍ਰਾਪਤ ਹੋਈ। 1970 ਤੋਂ 1973 ਤੱਕ ਆਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਰੀਡਰ ਨਿਯੁਕਤ ਹੋਏ। ਫਿਰ PhD ਕਰਕੇ 1973 ਵਿੱਚ ਉਹ ਪ੍ਰੋਫੈਸਰ ਬਣ ਗਏ।
इस समय दौरान बहुत सारे विद्यार्थियों ने आप की निगरानी हेठ PhD की। आपने बहुत सारी पुस्तकां लिखियां। 1981 ਵਿੱਚ रिटायर होने तक आप डीन विद्यक मामले ते विद्यार्थी भलाई तो इलावा यूनिवर्सिटी सैनेट ते सिंडीकेट के मैंबर भी रहे। जून 1981 ਵਿੱਚ रिटायर होने मगरों अक्तूबर 1981 तो 1983 तक आप गुरु नानक देव यूनिवर्सिटी ਵਿੱਚ गुरु नानक अध्ययन विभाग ਵਿੱਚ प्रोफैसर के अहुदे ते रहे। रिटायर होने मगरों 1986 ਵਿੱਚ आप एक भयानक बीमारी के शिकार होए। 1990 ਵਿੱਚ आप जी ਨੂੰ दिल का दौरा पिया, पर 1998 तक पूरी तरह ठीक ठाक रहे तो ਸਾਹਿਤਕ ਰਚਨਾਵਾਂ ਵਿੱਚ दिलचस्पी ਲੈਂਦੇ ਰਹੇ। 1998 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਫਾਰਸੀ ਸਾਹਿਤ ਦੀ ਯੋਗਤਾ ਤੇ ਇਸ ਲਈ ਯੋਗਦਾਨ ਬਾਰੇ ਬਦਲੇ ਪੁਰਸਕਾਰ ਪ੍ਰਾਪਤ ਹੋਇਆ। ਇਸ ਪ੍ਰਕਾਰ ਇਸ ਸਵੈ ਜੀਵਨੀ ਵਿੱਚੋਂ ਡਾਕਟਰ ਸਾਹਿਬ ਦੀ ਸ਼ਖਸੀਅਤ ਦੇ ਬਹੁਤ ਸਾਰੇ ਪੱਖ ਸਾਡੇ ਸਾਹਮਣੇ ਆਉਂਦੇ ਹਨ। ਉਹ ਇੱਕ ਵੱਡੇ ਸਾਧਨ ਸੰਪੰਨ ਤੇ ਸਰਕਾਰੀ ਦਰਬਾਰੇ ਪਹੁੰਚੇ ਰੱਖਣ ਵਾਲੇ, ਪਰਿਵਾਰ ਨਾਲ ਸੰਬੰਧਿਤ, ਉੱਚ ਵਿੱਦਿਆ ਪ੍ਰਾਪਤ ਵਿਦਵਾਨ ਤੇ ਉੱਚ ਵਿੱਦਿਅਕ ਅਹੁਦਿਆਂ ਤੇ ਬਿਰਾਜਮਾਨ, ਉੱਚ ਅਹੁਦਿਆਂ ਉੱਤੇ ਪਹੁੰਚੇ ਹੋਏ ਰਿਸ਼ਤੇਦਾਰਾਂ ਤੇ ਸੱਜਣਾ ਮਿੱਤਰਾਂ ਦੇ ਸੰਬੰਧੀ, ਸੰਤਾਂ ਮਹਾਤਮਾਵਾਂ ਵਿੱਚ ਵਿਸ਼ਵਾਸ ਤੇ ਆਸਥਾ ਰੱਖਣ ਵਾਲੇ, ਧਾਰਮਿਕ ਜੀਵਨ ਜਿਉਣ ਵਾਲੇ, ਲੋਕ ਸੇਵਾ ਵਿੱਚ ਦਿਲਚਸਪੀ ਲੈਣ ਵਾਲੇ, ਫਿਰਕੂ ਏਕਤਾ ਦੇ ਮੁੱਦਈ, ਕੁਦਰਤ ਨੂੰ ਪਿਆਰ ਕਰਨ ਵਾਲੇ, ਭੂਤਾਂ ਪ੍ਰੇਤਾਂ ਸੁਪਨਿਆਂ ਤੇ ਭਵਿੱਖਬਾਣੀਆਂ ਵਿੱਚ ਵਿਸ਼ਵਾਸ ਕਰਨ ਵਾਲੇ ਕਵੀ, ਲੇਖਕ, ਆਲੋਚਕ ਅਤੇ ਮਾਨ ਸਨਮਾਨ ਪ੍ਰਾਪਤ ਕਰਨ ਵਾਲੇ ਵਿਅਕਤੀ ਪ੍ਰਤਿਸ਼ਠਿਤ ਸਨ। ਧੰਨਵਾਦ।